ਮੈਗਨੈਟਿਕ ਫੀਲਡ ਜਨਰੇਟ ਕਰਨਗੇ ਤੇ ਉਹ ਮੈਗਨੈਟਿਕ ਫੀਲਡ ਜਿਹੜਾ ਹੋਏਗਾ ਉਹ ਸਰਕੂਲਰ ਫਾਰਮ ਦੇ ਵਿੱਚ ਹੋਏਗਾ। ਤੇ ਜਿਹੜੀ ਆ ਵਿੱਚ ਕੀ ਹੁੰਦੀ ਹੈ, ਸੈਂਟਰਲ ਡਿਸਕ ਹੁੰਦੀ ਹੈ, ਜੋ ਆਪਾਂ ਕਈ ਵਾਰ ਮੀਟਰ 'ਚ ਦੇਖਦੇ ਹਾਂ ਕੁਝ ਘੁੰਮ ਰਹੇ ਆ, ਉਹ ਸਰਕੂਲਰ ਡਿਸਕ ਘੁੰਮ ਰਹੀ ਹੁੰਦੀ ਹੈ। ਉਹ ਕਿਉਂ ਘੁੰਮਦੀ ਹੈ ਤੇ ਜਦੋਂ ਇਹ ਕਿਉਂ ਘੁੰਮ ਰਹੀ ਹੈ, ਕਿਉਂਕਿ ਜਦੋਂ ਇਹਨਾਂ ਦੋਨਾਂ ਦਾ ਪੋਟੈਂਸ਼ੀਅਲ ਹੈ ਤਾਂ ਉਸਦੇ ਕੋਰਸਪੋਂਡਿੰਗਲੀ ਜਦੋਂ ਇਹ ਐਲੂਮੀਨੀਅਮ ਡਿਸਕ ਜਿਹੜੀ ਹੈ ਇੱਕ ਐਡੀ ਕਰੰਟਸ ਨੂੰ ਜਨਰੇਟ ਕਰੇਗੀ ਤੇ ਉਸ ਐਡੀ ਕਰੰਟਸ ਜੋ ਮੇਨ ਮੈਗਨੈਟਿਕ ਫੀਲਡ ਨੂੰ ਕੱਟ ਕਰਨਗੇ ਤੇ ਜਦੋਂ ਕੱਟ ਕਰਨਗੇ ਤਾਂ ਜਿਹੜੀ ਤੁਹਾਡੇ ਕੋਲ ਜਿਹੜੀ ਐਲੂਮੀਨੀਅਮ ਡਿਸਕ ਹੈ ਇਸ ਦੇ ਵਿੱਚ ਮੂਵਮੈਂਟ ਆਏਗੀ। मतलब ਕੀ ਹੈ ਕਿ ਇਹ ਕਰੰਟ ਕੈਰਿੰਗ ਕੋਇਲਸ ਹੈ, ਇਹ ਆਪਣਾ ਇੱਕ ਮੈਗਨੈਟਿਕ ਫੀਲਡ ਜਨਰੇਟ ਕਰ ਰਹੇ ਹੈ। ਉਸਦੇ ਕੋਰਸਪੋਂਡਿੰਗਲੀ ਜਿਹੜੀ ਐਲੂਮੀਨੀਅਮ ਡਿਸਕ ਹੈ ਉਸਦਾ ਇੱਕ ਫੀਲਡ ਜਨਰੇਟ ਹੁੰਦਾ ਹੈ। ਜਦੋਂ ਉਹ ਫੀਲਡ ਐਡੀ ਕਰੰਟ ਦੇ ਥਰੂ ਉਸਨੂੰ ਕੱਟ ਡਾਊਨ ਕਰੇਗਾ ਤਾਂ ਉਸਦੇ ਵਿੱਚ ਇੱਕ ਮੂਵਮੈਂਟ ਜਨਰੇਟ ਹੁੰਦੀ ਹੈ ਤੇ ਜਿੰਨਾ ਆਪਣਾ ਲੋਡ ਬਣਦਾ ਹੈ ਉਸਦੇ ਕੋਰਸਪੋਂਡਿੰਗਲੀ ਉਨੀ ਹੀ ਐਲੂਮੀਨੀਅਮ ਡਿਸਕ ਦੇ ਵਿੱਚ ਮੂਵਮੈਂਟ ਹੈ। ਤੇ ਜਦੋਂ ਜਿੰਨਾ ਕੁ ਰੋਟੇਟ ਕਰਦਾ ਉਨਾ ਕੀ ਆਪਣਾ ਮੀਟਰ ਆਪਾਂ ਕਹਿੰਦੇ ਘੁੰਮਦਾ ਤੇ ਉਹੀ ਆਪਣਾ ਐਜ਼ ਐਨ ਆਊਟਪੁੱਟ ਸ਼ੋ ਹੁੰਦੀ ਹੈ। ਨੈਕਸਟ ਇਜ਼ ਯੋਰ, ਅਗਰ ਆਪਾਂ PMMC ਨੂੰ ਯੂਜ਼ ਕਰਦੇ ਹਾਂ, ਵੀ ਕੈਨ ਯੂਜ਼ ਇਨ ਯੋਰ DCM ਮੀਟਰਸ। ਹੁਣ ਇਸ ਦੇ 'ਚ ਕੀ ਲੌਜਿਕ ਹੈ, ਜਦੋਂ ਵੀ ਆਪਾਂ ਕੋਈ ਵੀ ਮੀਟਰ ਬਣਾਉਂਦੇ ਹਾਂ ਤਾਂ ਇੱਕ ਚੀਜ਼ ਜ਼ਰੂਰ ਧਿਆਨ ਰੱਖਣੀ ਹੈ ਕਿ ਜਿੱਧਰ ਆਪਾਂ ਇੰਸਟਰੂਮੈਂਟ ਲਗਾਇਆ ਉਸਦੇ ਵਿੱਚ ਕਰੰਟ ਜਿਹੜਾ ਹੈ ਥੋੜ੍ਹਾ ਤੋਂ ਥੋੜ੍ਹਾ ਜਾਵੇ ਤੇ ਉਹ ਜ਼ਿਆਦਾ ਜੇ ਆਪਣਾ ਕੁਛ ਮੇਜਰ ਕਰਨਾ ਹੈ, ਜ਼ਿਆਦਾ ਕਰੰਟ ਕੀ ਹੋਏਗਾ ਉਹ ਇਸਦੇ 'ਚੋਂ ਪਾਸ ਹੋ ਜਾਏਗਾ and small current is passed through this meter. So maximum current should be passed only through this RSH. ਇਹ ਆਪਾਂ ਧਿਆਨ ਰੱਖਣਾ ਹੈ ਤਾਂ ਕਿ ਆਪਣਾ ਜਿਹੜਾ ਮੀਟਰ ਹੈ ਉਹ ਖਰਾਬ ਨਾ ਹੋਵੇ। ਹੁਣ DCM ਮੀਟਰ ਦਾ ਬੇਸਿਕ ਲੌਜਿਕ ਇਹੀ ਹੈ ਕਿ ਇਸ ਮੀਟਰ ਦੇ ਆਪਾਂ ਪੈਰਲਲ ਦੇ ਵਿੱਚ ਇੱਕ ਸ਼ੰਟ ਰੈਜ਼ਿਸਟੈਂਸ ਲਗਾਉਂਦੇ ਹਾਂ ਤੇ ਜਿਹੜੀ ਇਹ ਸ਼ੰਟ ਰੈਜ਼ਿਸਟੈਂਸ ਤਾਂ ਲਗਾਉਂਦੇ ਹਾਂ ਕਿ ਜਿੰਨਾ ਵੀ ਕਰੰਟ ਹੈ ਉਹ ਸਾਰਾ ਇਸ ਦੇ ਵਿੱਚੋਂ ਪਾਸ ਹੋ ਜਾਏ instead of passing through this meter. ਤੇ a small amount of current is passed to the meter and maximum rest of the current is passed to this shunt resistance ਤਾਂ ਕਿ ਤੁਹਾਡਾ ਜਿਹੜਾ ਮੀਟਰ ਹੈ ਉਹ ਖਰਾਬ ਨਾ ਹੋਵੇ। ਤਾਂ ਇਹ ਕਰਨ ਵਾਸਤੇ ਆਪਾਂ ਕੀ ਕਰਾਂਗੇ, ਆਪਾਂ ਜਿਹੜੀ ਸ਼ੰਟ ਰੈਜ਼ਿਸਟੈਂਸ ਹੈ ਉਸਦੀ ਵੈਲਿਊ ਰੈਜ਼ਿਸਟੈਂਸ ਦੀ ਬਹੁਤ ਘਟਾ ਦਿੰਦੇ ਹਾਂ ਤਾਂ ਕਿ ਮੈਕਸਿਮਮ ਕਰੰਟ ਇਸਦੇ 'ਚੋਂ ਪਾਸ ਹੋ ਸਕੇ ਤੇ ਥੋੜ੍ਹਾ ਬਹੁਤ ਹੀ ਜਿਹੜਾ ਕਰੰਟ ਹੈ ਉਹ ਤੁਹਾਡਾ ਮੀਟਰ 'ਚੋਂ ਪਾਸ ਹੋਵੇ। ਜੇ ਜ਼ਿਆਦਾ ਕਰੰਟ ਮੀਟਰ 'ਚੋਂ ਪਾਸ ਹੋ ਜਾਏਗਾ ਤਾਂ ਤੁਹਾਡਾ ਮੀਟਰ ਜਿਹੜਾ ਹੈ ਉਹ ਫੁੱਕ ਜਾਏਗਾ ਜਾਂ ਖਰਾਬ ਹੋ ਜਾਏਗਾ। ਸੋ ਅਗਰ ਆਪਾਂ ਪ੍ਰੈਕਟੀਕਲੀ ਦੇਖੀਏ, ਇਹਨੂੰ ਮੈਥਮੈਟਿਕਲੀ ਦੇਖੀਏ ਤਾਂ VSH ਇਜ਼ ਇਕੁਅਲ ਟੂ VM, that is ਜੋ ਵੋਲਟੇਜ ਇਸ ਦੇ 'ਚ ਹੈ is equal to the voltage is this because they are in parallel. In parallel the voltage remains the same. So VSH is equal to VM and ISH into RSH, that is V is equal to ਕੀ ਹੁੰਦਾ IR, I ਸ਼ੰਟ ਦੀ ਰੈਜ਼ਿਸਟੈਂਸ, R ਸ਼ੰਟ ਦਾ ਕਰੰਟ ਤੇ I is your ਸ਼ੰਟ ਦਾ ਕਰੰਟ, R is your ਸ਼ੰਟ ਦੀ ਰੈਜ਼ਿਸਟੈਂਸ is equal to IM into RM। ਇੱਥੋਂ ਆਪਾਂ RSH ਦੀ ਵੈਲਿਊ ਫਾਈਂਡ ਕਰ ਲਾਂਗੇ ਇਹਨੂੰ ਡਿਵਾਈਡ ਕਰਕੇ। ਤੁਹਾਨੂੰ ਪਤਾ ਹੈ ਕਿ ISH ਜਿੰਨਾ ਵੀ ਹੈ ਸ਼ੰਟ ਦੇ ਵਿੱਚ ਕਿੰਨਾ ਕਰੰਟ ਜਾ ਰਿਹਾ, ਟੋਟਲ ਕਰੰਟ ਦੇ ਵਿੱਚੋਂ ਜਿੰਨਾ ਮੀਟਰ 'ਚ ਗਿਆ ਉਹ ਮਾਈਨਸ ਕਰ ਦਾਂਗੇ, ਤੁਹਾਡੇ ਕੋਲ ਸ਼ੰਟ ਦਾ ਕਰੰਟ ਆ ਗਿਆ, ਉਸ ਦੀ ਵੈਲਿਊ ਤੁਸੀਂ ਸਬਸਟੀਟਿਊਟ ਕਰੋਗੇ, ਤੁਸੀਂ ਇੱਕ RSH ਨੂੰ ਫਾਈਂਡ ਕਰ ਸਕਦੇ ਹੋ ਕਿ ਕਿੰਨਾ ਕੁ ਤੁਸੀਂ ਸ਼ੰਟ ਰੈਜ਼ਿਸਟੈਂਸ ਰੱਖਣੀ ਹੈ। ਨੈਕਸਟ ਇਜ਼, ਹੁਣ ਮੇਰੇ ਕੋਲ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਿੰਨਾ ਕਰੰਟ ਮੇਜਰ ਕਰਨਾ ਹੈ। ਸੋ ਜਿਹੜੀ ਰੈਜ਼ਿਸਟੈਂਸ ਹੈ ਉਹ ਮੇਰੇ ਕੋਲ ਜ਼ਿਆਦਾ ਵੇਰੀਏਸ਼ਨਸ ਹੋਣਗੀਆਂ, ਮਤਲਬ ਜਾਂ ਤਾਂ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੋਏਗੀ ਜਾਂ ਬਹੁਤ ਘੱਟ ਹੋਏਗੀ। ਬਟ ਇੱਕ ਚੀਜ਼ ਯਾਦ ਰੱਖਿਓ, ਜਦੋਂ ਵੀ ਤੁਸੀਂ ਕਰੰਟ ਨੂੰ ਮੇਜਰ ਕਰਨਾ ਹੈ ਪਹਿਲਾਂ ਜਦੋਂ ਕਨੈਕਸ਼ਨ ਬਣਾਉਣਾ ਹੈ ਉਹ ਹਮੇਸ਼ਾ ਜ਼ਿਆਦਾ ਰੈਜ਼ਿਸਟੈਂਸ ਨਾਲ ਬਣਾਉਣਾ ਹੈ, ਕਿਉਂਕਿ ਇਹ ਨਹੀਂ ਪਤਾ ਕਿ ਕਿੰਨਾ ਕਰੰਟ ਤੁਸੀਂ ਮੇਜਰ ਕਰ ਰਹੇ ਹੋ। ਤੇ ਅਗਰ ਤੁਸੀਂ ਘੱਟ ਰੈਜ਼ਿਸਟੈਂਸ ਨਾਲ ਬਣਾਉਣਾ ਹੈ, ਅਗਰ ਤੁਸੀਂ ਜ਼ਿਆਦਾ ਰੈਜ਼ਿਸਟੈਂਸ ਨਾਲ ਪਹਿਲਾਂ ਹੀ ਕਨੈਕਸ਼ਨ ਬਣਾ ਲਿਆ ਤਾਂ ਉਹ ਸਾਰਾ ਦਾ ਸਾਰਾ ਕਰੰਟ ਮੀਟਰ 'ਚੋਂ ਪਾਸ ਹੋ ਜਾਏਗਾ ਐਂਡ ਤੁਹਾਡਾ ਜਿਹੜਾ ਮੀਟਰ ਹੈ ਫੁੱਕ ਜਾਏਗਾ। ਸਟਾਰਟਿੰਗ ਵਿੱਚ ਜਿਹੜਾ ਤੁਸੀਂ ਰੈਜ਼ਿਸਟੈਂਸ ਯੂਜ਼ ਕਰਨੀ ਹੈ ਉਹ ਘੱਟ ਤੋਂ ਕਰਨੀ ਹੈ, ਦੈਟ ਮੀਨਸ ਲੋਅਰ ਰੈਜ਼ਿਸਟੈਂਸ ਦੇ ਸ਼ੰਟ ਤੋਂ ਤੁਸੀਂ ਕਨੈਕਟੀਵਿਟੀ ਦੇਣੀ ਹੈ। ਸੋ ਇੱਕ ਇਹਦੇ 'ਚ ਹੋਰ ਕੰਡੀਸ਼ਨ ਹੈ, ਦੈਟ ਇਜ਼ ਮੇਕ ਬਿਫੋਰ ਦ ਬ੍ਰੇਕ। ਮਤਲਬ ਇਹ ਕਨੈਕਟੀਵਿਟੀ ਹੋਣੀ ਸ਼ੰਟ ਦੇ ਨਾਲ ਪਹਿਲਾਂ ਬਹੁਤ ਜ਼ਰੂਰੀ ਹੈ। ਅਗਰ ਇਹ ਸ਼ੰਟ ਦੇ ਨਾਲ ਕਨੈਕਟੀਵਿਟੀ ਨਾ ਹੋਈ ਤਾਂ ਸਾਰਾ ਦਾ ਸਾਰਾ ਕਰੰਟ ਤੁਹਾਡਾ ਮੀਟਰ ਦੇ ਵਿੱਚੋਂ ਪਾਸ ਹੋ ਜਾਏਗਾ ਤਾਂ ਤੁਹਾਡਾ ਮੀਟਰ ਜੋ ਹੈ ਉਹ ਖਰਾਬ ਹੋ ਜਾਏਗਾ। ਸੋ ਜਦੋਂ ਵੀ ਆਪਾਂ ਕਨੈਕਸ਼ਨ ਬਣਾਉਣਾ ਹੈ ਤਾਂ ਹਮੇਸ਼ਾ ਆਪਾਂ ਸਵਿਚ ਜਿਹੜਾ ਹੈ ਰੋਟੇਟਿੰਗ ਸਵਿਚ ਹੈ ਉਹ ਇੰਨਾ ਜ਼ਰੂਰ ਧਿਆਨ ਰੱਖਣਾ ਹੈ ਕਿ ਇਹ ਈਜ਼ੀ ਨਾਲ ਕਨੈਕਟ ਹੋ ਜਾਏ। ਕਨੈਕਟ ਹੋਣ ਤੋਂ ਬਾਅਦ ਹੀ ਆਪਾਂ ਕੋਈ ਵੀ ਕਰੰਟ ਦੀ ਵੈਲਿਊ ਨੂੰ ਮੇਜਰ ਕਰਨਾ ਹੈ। ਅਗਰ ਇਹ ਕਨੈਕਸ਼ਨ ਨਾ ਬਣਿਆ ਵਿਦ ਸ਼ੰਟ ਰੈਜ਼ਿਸਟੈਂਸ ਤਾਂ ਕਰੰਟ ਸਾਰਾ ਮੀਟਰ 'ਚੋਂ ਪਾਸ ਹੋਏਗਾ ਤੇ ਤੁਹਾਡਾ ਜਿਹੜਾ ਮੀਟਰ ਹੈ ਉਹ ਡੈਮੇਜ ਹੋ ਜਾਏਗਾ। ਸੋ ਦਿਸ
condition of make before break switch is must, that means अगर कोई switch है ਤਾਂ ਉਹ ਪਹਿਲਾ connection ਬਣਾਏ ਤਾਂ ਹੀ ਉਹ ਚੱਲੇ। this is your must condition in your multi range multimeters, because ਅਗਰ ਇਹ connection ਨਾ ਹੋਇਆ ਤੁਹਾਡਾ ਜਿਹੜਾ ਮੀਟਰ ਹੈ ਉਹ ਖਰਾਬ ਹੋ ਜਾਏਗਾ। ਨੈਕਸਟ ਇਜ਼ ਯੋਰ ਯੂਨੀਵਰਸਲ ਸ਼ੰਟ। ਹੁਣ ਕਨੈਕਸ਼ਨ ਬਣਾਉਣ ਦੀ ਪ੍ਰੋਬਲਮ ਆਉਂਦੀ ਸੀ ਕਿ ਅਗਰ ਬਾਈ ਚਾਂਸ ਕਨੈਕਟੀਵਿਟੀ ਪ੍ਰੋਪਰ ਨਹੀਂ ਹੋਈ ਤਾਂ ਤੁਹਾਡਾ ਮੀਟਰ ਬਹੁਤ ਜਲਦੀ ਖਰਾਬ ਹੋਏਗਾ। ਸੋ ਇੱਕ ਆਪਾਂ ਕੰਡੀਸ਼ਨ ਜਨਰੇਟ ਕੀਤੀ ਐਜ਼ ਯੋਰ ਯੂਨੀਵਰਸਲ ਸ਼ੰਟ, ਉਹਦੇ ਸਾਰੀਆਂ ਆਪਾਂ ਰੈਜ਼ਿਸਟੈਂਸਿਸ ਲੈ ਲਈਆਂ 1 2 ਐਂਡ 3, all the 3 ਰੈਜ਼ਿਸਟੈਂਸਿਸ ਆਰ ਟੇਕਨ। ਦਿਸ ਇਜ਼ ਇਹਦੇ ਚੋਂ ਕਰੰਟ 1 2 ਐਂਡ 3 ਹੈ। ਜਦੋਂ ਤੁਸੀਂ ਕਿਸੇ ਵੀ ਨਾ ਕਨੈਕਸ਼ਨ ਬਣਾ ਲੈਂਦੇ ਹੋ, ਭਾਵੇਂ ਉਹ ਫਸਟ ਨਾ ਬਣੇ, ਸੈਕਿੰਡ ਨਾ ਬਣੇ, ਥਰਡ ਨਾ ਬਣੇ, ਤਾਂ ਜਿਹੜਾ ਇਹ ਆਊਟਪੁੱਟ ਹੈ ਉਹ ਖਰਾਬ ਨਹੀਂ ਹੋਏਗੀ। ਕਿਉਂਕਿ ਅਗਰ ਇੱਥੇ ਆਪਾਂ 3 ਦੇ ਨਾਲ ਕਨੈਕਟ ਕਰ ਲਿਆ, ਸਪੋਜ਼ R3 ਨਾਲ ਕਨੈਕਟ ਕਰ ਲਿਆ, ਤਾਂ ਇਹ ਜਿਹੜੀ ਰੈਜ਼ਿਸਟੈਂਸ ਹੈ R1 ਐਂਡ R2 ਇਹ ਸੀਰੀਜ਼ ਵਿੱਚ ਹੋ ਜਾਏਗੀ ਵਿਦ ਦਿਸ ਮੀਟਰ। ਇਹ ਦੋਨੋਂ ਰੈਜ਼ਿਸਟੈਂਸਿਸ ਹੈ, ਇਹ ਸੀਰੀਜ਼ ਵਿਦ ਹੋ ਜਾਏਗੀ ਵਿਦ ਦਿਸ ਮੀਟਰ। ਅਤੇ ਜਦੋਂ ਸੀਰੀਜ਼ ਵਿੱਚ ਹੋ ਜਾਏਗੀ ਤਾਂ ਮੈਕਸਿਮਮ ਲੋਡ ਜਿਹੜਾ ਮੈਕਸਿਮਮ ਰੈਜ਼ਿਸਟੈਂਸ ਇਸ ਮੀਟਰ 'ਤੇ ਮਿਲ ਜਾਏਗੀ। ਸੋ ਮੈਕਸਿਮਮ ਕਰੰਟ ਵਿਲ ਪਾਸ ਥਰੂ ਦਿਸ R3। ਠੀਕ ਹੈ, ਅਗਰ ਜ਼ਿਆਦਾ ਕਰੰਟ ਹੈ ਤਾਂ ਆਪਾਂ ਰੈਜ਼ਿਸਟੈਂਸ ਘਟਾ ਕੇ ਰੱਖਣੀ ਹੈ। ਅਤੇ ਜਿਵੇਂ ਸਪੋਜ਼ ਕਿ ਤੁਹਾਡੇ ਕੋਲ ਤੁਸੀਂ ਚਾਹੁੰਦੇ ਹੋ ਕਿ ਮੀਟਰ ਦੇ ਵਿੱਚ ਸਮੋਲ ਕਰੰਟ ਹੈ ਤਾਂ ਆਪਾਂ ਇੱਥੋਂ ਰੈਜ਼ਿਸਟੈਂਸ ਘਟਾ ਦਾਂਗੇ, ਇੱਧਰਲੀ ਰੈਜ਼ਿਸਟੈਂਸ ਇਨਕਰੀਜ਼ ਕਰ ਦਾਂਗੇ, ਦੈਟ ਇਜ਼ R2 + R3 ਹੋ ਜਾਏਗੀ ਫॉर द 2 ਪੁਆਇੰਟ। ਅਗਰ 2 ਤੇ ਕਨੈਕਟ ਕਰਦੇ ਹਾਂ, ਅਗਰ 1 ਤੇ ਕਨੈਕਟ ਕਰਦੇ हैं ਤਾਂ R1 + R2 + R3 will be effective as your shunt resistance, and second is acting as your resistance for the meter। ਤਾਂ ਉਸਦੇ ਸਿਰਫ RM ਹੀ ਰੈਜ਼ਿਸਟੈਂਸ ਰਹਿ ਜਾਏਗੀ, ਬਾਕੀ ਜਿਹੜੀਆਂ R1 + R2 + R3 ਇਹ ਤਿੰਨੋਂ ਸ਼ੰਟ ਰੈਜ਼ਿਸਟੈਂਸਿਸ ਬਣ ਜਾਣਗੀਆਂ। ਸੋ if we connect the switch at position 3, R3 is in parallel with the series combination of R1 and R2, then the current through R3 is more at position 1, the current through meter is maximum। ਤਾਂ ਕਰੰਟ ਜਿਹੜਾ ਕਰੰਟ ਹੈ ਉਹ ਜ਼ਿਆਦਾ ਪਾਸ ਕਰੇਗਾ। ਅਗਰ ਆਪਾਂ 1 ਦੇ ਪੋਜੀਸ਼ਨ 'ਤੇ ਰੱਖਾਂਗੇ ਤਾਂ ਮੀਟਰ ਦੇ ਵਿੱਚੋਂ ਜ਼ਿਆਦਾ ਪਾਸ ਕਰ ਜਾਏਗਾ। ਨੈਕਸਟ ਇਜ਼ ਯੋਰ DC ਵੋਲਟ ਮੀਟਰ। ਇਹ ਸਾਰੇ ਆਪਾਂ ਮੈਥਡਸ ਕੀਤੇ ਸੀ ਕਿਵੇਂ ਆਪਾਂ ਕਰੰਟ ਨੂੰ ਮੈਜ਼ਰ ਕਰ ਸਕਦੇ ਹਾਂ ਬਾਈ ਕੀਪਿੰਗ 1 ਸ਼ੰਟ ਰੈਜ਼ਿਸਟੈਂਸ। ਇਹ ਐਪਲੀਕੇਸ਼ਨ ਹੈ ਉਸਦੀ। ਪਰ ਅਗਰ ਆਪਾਂ ਵੋਲਟ ਮੀਟਰ ਬਣਾਉਂਦੇ ਹਾਂ, DC ਵੋਲਟ ਮੀਟਰ, ਤਾਂ ਉਹੀ ਚੀਜ਼ ਹੈ, ਆਪਾਂ ਪ੍ਰਿੰਸੀਪਲ ਲੌਜਿਕਸ ਉਹੀ ਰਹਿੰਦਾ, ਬਟ ਜਦੋਂ ਆਪਾਂ ਉਸਦੇ ਕ੍ਰੋਸ ਕਰੰਟ ਨੂੰ ਮੈਜ਼ਰ ਕਰ ਲਈਏ ਅਤੇ ਉਸਦੇ ਜਿੰਨੀ ਰੈਜ਼ਿਸਟੈਂਸ ਲੱਗੀ ਹੋਈ ਹੈ ਉਸ ਨੂੰ ਸਮ ਅਪ ਕਰ ਲਈਏ, ਤੁਹਾਡੇ ਕੋਲ ਵੋਲਟੇਜ ਜਿਹੜੀ ਹੈ ਉਹ ਮਿਲ ਜਾਂਦੀ ਹੈ। ਸੋ ਅਗਰ ਆਪਾਂ ਮਲਟੀ ਰੇਂਜ ਵੋਲਟ ਮੀਟਰ ਬਣਾਈਏ, ਉਹੀ ਪ੍ਰਿੰਸੀਪਲ ਹੈ। ਇਸਦੇ ਵਿੱਚ ਸੀਰੀਜ਼ ਵਿੱਚ ਰੈਜ਼ਿਸਟੈਂਸ ਲਗਾਉਂਦੇ ਹਾਂ, ਉਸਦੇ ਵਿੱਚ ਆਪਾਂ ਪੈਰਲਲ ਵਿੱਚ ਲਗਾਉਂਦੇ ਹਾਂ। ਜਦੋਂ ਸੀਰੀਜ਼ ਰੈਜ਼ਿਸਟੈਂਸ ਨੂੰ ਐਡ ਅਪ ਕਰਾਂਗੇ ਤਾਂ ਉਸਦੇ ਕੋਰਸਪੋਂਡਿੰਗ ਤੁਹਾਡੇ ਕੋਲ ਵੋਲਟ ਮੀਟਰ ਬਣੇਗਾ। ਅਗਰ ਆਪਾਂ ਪੈਰਲਲ ਦੇ ਵਿੱਚ ਐਡ ਕਰਾਂਗੇ ਦੈਟ ਇਜ਼ ਯੋਰ ਕਰੰਟ ਮੀਟਰ। ਨਾਓ ਨੈਕਸਟ ਇਜ਼ ਯੋਰ ਲੋਡਿੰਗ ਇਫੈਕਟ। ਲੋਡਿੰਗ ਇਫੈਕਟ ਕਿੱਥੇ ਪ੍ਰੋਬਲਮ ਆਉਂਦੀ ਹੈ ਕਿ ਅਗਰ ਆਪਾਂ ਕਿਸੇ अपना वोल्ट मीटर लगाता या अपना एम मीटर लगाता सपोज अक्रॉस अ गिवन लोड, तो की होएगा, तो स्मॉल जे वैल्यू होएगी तो ये बहुत अच्छा चलेगा, बिकॉज जी शंट विच रजिस्टेंस वो स्मॉल लग रही है। ਹੁਣ ਜੇ ਆਪਾਂ ਪੈਰਲਲ 'ਚ ਕਨੈਕਟ ਕੀਤਾ ਨਾ ਵੋਲਟ ਮੀਟਰ ਇਸ ਲੋਡ ਦੇ, ਜਦੋਂ ਕਨੈਕਟ ਕੀਤਾ ਤਾਂ ਮੈਕਸਿਮਮ ਜਿਹੜਾ ਕਰੰਟ ਹੈ, ਅਗਰ ਸਮੋਲ ਕਰੰਟ ਹੈ ਸਮੋਲ ਰੈਜ਼ਿਸਟੈਂਸ ਹੈ ਤਾਂ ਪ੍ਰੋਪਰਲੀ ਇਹਦੇ 'ਚੋਂ ਪਾਸ ਹੋਏਗੀ ਅਤੇ ਇੱਧਰ ਤੁਹਾਡਾ ਕੋਈ ਇਫੈਕਟ ਨਹੀਂ ਹੋਏਗਾ। ਸਪੋਜ਼ ਜੇ ਤੁਹਾਡੀ ਲੋਡ 'ਤੇ ਰੈਜ਼ਿਸਟੈਂਸ ਵੱਧ ਗਈ, ਉਸ ਦੇ ਨਾਲ ਕੀ ਹੋਏਗਾ, ਇਹ ਸਾਰਾ ਸ਼ੰਟ ਬਣ ਜਾਏਗਾ ਉਸ ਲਈ, ਅਤੇ ਜਿੰਨਾ ਵੀ ਕਰੰਟ ਹੈ ਉਹ ਲੋਡ ਰੈਜ਼ਿਸਟੈਂਸ ਤੋਂ ਪਾਸ ਹੋਣ ਦੀ ਬਜਾਏ ਸਾਰਾ ਦਾ ਸਾਰਾ ਮੀਟਰ ਦੇ ਵਿੱਚੋਂ ਪਾਸ ਹੋ ਜਾਏਗਾ ਅਤੇ ਤੁਹਾਡਾ ਜਿਹੜਾ ਮੀਟਰ ਹੈ ਉਹ ਖਰਾਬ ਹੋ ਜਾਏਗਾ। ਐਂਡ ਯੋਰ ਲੋਡ ਇਜ਼ ਕ੍ਰੀਏਟਡ ਔਨ ਯੋਰ ਮੀਟਰ। that is when a measuring voltage we connect a resistance in parallel with the component concerned, which changes the resistance in the circuit and therefore makes the voltage we are trying to measure. This is known as your loading effect। कि लोड पै जाता है कि अगर इतने शंट जी रजिस्टेंस है अगर लो वैल्यू है तो प्रॉपर मेजर हो जाएगी, अगर ज़्यादा वैल्यू की रजिस्टेंस लगाती तो की होएगा, मैक्सिमम करंट जोड़ा है वो मीटर चो पास हो जाएगा एंड थोड़ा जोड़ा मीटर है वो डैमेज हो जाएगा। नेक्स्ट इज़ योर AC वोल्ट मीटर यूजिंग रेक्टिफायर्स। मतलब रेक्टिफायर्स ਨੂੰ ਵੀ ਆਪਾਂ यूज़ करके अपनी वोल्ट मीटर ਨੂੰ डिज़ाइन कर सकते हैं। वो पहला तो यही है कि ਆਪਾਂ AC ਤੋਂ DC 'ਚ कन्वर्ट कर लिए, फिर ਉਹਨੂੰ PMMC ਤੇ ਲਗਾ ਕੇ अपनी वैल्यू ਨੂੰ मेजर कर सकते हैं।
तो ਇਸਦੇ ਲੌਜਿਕ ਕੀ ਹੈ ਕਿ AC ਸਿਗਨਲ ਨੂੰ ਪਹਿਲਾਂ ਐਂਪਲੀਫਾਈ ਕਰ ਲਓ, ਫਸਟ ਰੈਕਟੀਫਾਈਡ ਐਂਡ ਦੈਨ ਐਂਪਲੀਫਾਈਡ, ਪਹਿਲਾਂ ਉਸਦੀ ਰੈਕਟੀਫਿਕੇਸ਼ਨ ਕਰਦੇ ਹਾਂ, ਮਤਲਬ AC ਤੋਂ ਉਹਨੂੰ DC 'ਚ ਕਨਵਰਟ ਕਰ ਲੈਂਦੇ ਹਾਂ, ਫਿਰ ਉਹਨੂੰ ਐਂਪਲੀਫਾਈ ਕਰਕੇ ਆਪਣੇ PMMC ਨੂੰ ਦੇ ਕੇ ਆਪਣੀ ਆਊਟਪੁੱਟ ਦੇਖ ਸਕਦੇ ਹਾਂ। ਜਾਂ ਇੱਕ ਹੋਰ ਮੈਥਡ ਹੈ ਕਿ ਫਸਟ ਪਹਿਲਾਂ ਐਂਪਲੀਫਾਈ ਕਰ ਲਓ ਫਿਰ ਉਹਨੂੰ ਕਨਵਰਟ ਕਰ ਲਓ, ਅਤੇ ਮਤਲਬ ਪਹਿਲਾਂ ਐਂਪਲੀਫਾਈ ਕੀਤਾ ਆਪਣੇ AC ਨੂੰ, ਉਹਨੂੰ ਰੈਕਟੀਫਾਇਰ 'ਚ ਪਾਸ ਕੀਤਾ, ਉਹ DC ਕਨਵਰਟ ਹੋ ਗਿਆ, ਅਤੇ DC ਸਿਗਨਲ ਨੂੰ ਆਪਾਂ PMMC ਨੂੰ ਦਿੱਤਾ, ਉਸਦੇ ਕੋਰਸਪੋਂਡਿੰਗਲੀ ਆਪਣੇ ਕੋਲ ਆਊਟਪੁੱਟ ਜਨਰੇਟ ਹੋ ਗਈ, ਕਿੰਨਾ ਕਰੰਟ ਹੈ ਜਾਂ ਕਿੰਨੀ ਕੁ ਵੋਲਟੇਜ ਹੈ। ਦਿਸ ਇਜ਼ ਦ ਮੈਥਡ ਆਫ ਮੇਜਰਿੰਗ AC ਵੋਲਟਮੀਟਰ ਯੂਜ਼ਿੰਗ ਰੈਕਟੀਫਾਇਰਸ। ਜਸਟ ਰੈਕਟੀਫਾਇਰ ਦਾ ਕੰਮ ਇੰਨਾ ਕੀ ਹੈ, AC ਨੂੰ DC ਵਿੱਚ ਕਨਵਰਟ ਕਰ ਦੇਣਾ, ਫਿਰ ਉਹੀ DC ਨੂੰ ਆਪਾਂ ਅੱਗੇ ਪ੍ਰੋਵਾਈਡ ਕਰਨਾ ਫॉर द ਰੀਜ਼ਨਸ। ਨੈਕਸਟ ਇਜ਼ योर ਮਲਟੀਮੀਟਰ। ਮਲਟੀਮੀਟਰ ਇੱਕ ਐਸਾ ਇੰਸਟਰੂਮੈਂਟ ਹੈ ਵਿਚ ਇਜ਼ ਯੂਜ਼ ਟੂ ਮੇਜਰ ਵੋਲਟੇਜ, ਕਰੰਟ ਔਰ ਰੈਜ਼ਿਸਟੈਂਸ। ਇਸ ਦਾ ਲੌਜਿਕ ਵੀ ਉਹੀ ਹੈ ਜੋ ਆਪਾਂ ਪਿੱਛੇ PMMC ਪੜ੍ਹ ਰਹੇ ਸੀ, ਮਲਟੀਮੀਟਰ ਦੇ ਵਿੱਚ ਵੀ ਉਹੀ ਲੌਜਿਕ ਲੱਗੇਗਾ ਕਿ ਦਿਸ ਇਜ਼ योर ਪਰਮਾਨੈਂਟ ਮੈਗਨੇਟ, ਜਿਹੜੀ ਆਹ ਵਾਲੀ ਹੈ ਮੂਵਿੰਗ ਕੋਇਲ ਹੈ, ਜਦੋਂ ਇਸ ਕੋਇਲ ਦੇ ਵਿੱਚ ਆਪਾਂ ਕਰੰਟ ਪਾਸ ਕੀਤਾ ਤਾਂ ਉਸਦੇ ਕੋਰਸਪੋਂਡਿੰਗ ਇੱਕ ਮੈਗਨੈਟਿਕ ਫੀਲਡ ਜਨਰੇਟ ਹੋਏਗਾ। ਜਿੰਨਾ ਕੁ ਮੈਗਨੈਟਿਕ ਫੀਲਡ ਜਨਰੇਟ ਹੋਏਗਾ ਉਸਦੇ ਕੋਰਸਪੋਂਡਿੰਗਲੀ ਉਨੀ ਕੀ ਕੋਇਲ ਦੇ ਵਿੱਚ ਮੂਵਮੈਂਟ ਆਏਗੀ, ਜਿੰਨੀ ਕੋਇਲ ਦੇ ਵਿੱਚ ਮੂਵਮੈਂਟ ਆਏਗੀ ਉਨੀ ਕੀ ਆ ਜਿਹੜਾ ਪੁਆਇੰਟਰ ਹੈ ਡਿਫਲੈਕਟ ਕਰੇਗਾ। ਮਤਲਬ ਜਿੰਨਾ ਕਰੰਟ ਪਾਸ ਕੀਤਾ ਹੈ ਉਨੀ ਕੀ ਮੂਵਮੈਂਟ ਹੈ ਕੋਇਲ ਦੇ ਵਿੱਚ, ਅਤੇ ਉਸਦੇ ਕੋਰਸਪੋਂਡਿੰਗਲੀ ਉਨਾ ਕੀ ਇਹ ਪੁਆਇੰਟਰ ਡਿਫਲੈਕਟ ਕਰ ਰਿਹਾ। ਹੁਣ ਇਸ ਦਾ ਹੁਣ ਲੌਜਿਕ ਕੀ ਹੈ, ਹੁਣ ਪਿਛਲੇ ਆਪਾਂ ਜੋ ਵੀ ਸਟੱਡੀ ਕੀਤਾ ਸੀ ਉਹਦੇ 'ਚ ਇਹੀ ਸੀਗਾ ਕਿ ਇਹ ਦੇਖੋ ਮਲਟੀਪਲ ਰੇਂਜਸ ਆਪਣੇ ਕੋਲ ਬਣ ਜਾਂਦੀਆਂ, ਦੀਜ਼ ਆਰ ਦ ਵੇਰੀਅਸ ਰੇਂਜਸ ਵਿਚ ਆਰ ਅਵੇਲੇਬਲ ਹੇਅਰ। ਹੁਣ ਇੱਧਰ ਵਾਲੀ ਡਾਇਗਰਾਮ ਦੇਖੋ, ਦਿਸ ਇਜ਼ योर ਮਲਟੀਮੀਟਰ, ਇਸ ਦੇ ਵਿੱਚ ਜਿਹੜਾ ਇਹ ਸੈਂਟਰ ਹੈ ਦਿਸ ਇਜ਼ योर ਸਰਕੂਲਰ ਆਪਾਂ ਮੇਕ ਬ੍ਰੇਕ ਸਵਿਚ ਹੈ। ਅਗਰ ਆਪਣੇ ਇਹ ਰੈਜ਼ਿਸਟੈਂਸਿਸ ਸਿਲੈਕਟ ਕਰਨੀ ਹੈ ਤਾਂ ਆਪਣੇ ਕੋਲ ਮਲਟੀਪਲ ਰੈਜ਼ਿਸਟੈਂਸਿਸ ਅਵੇਲੇਬਲ ਹੈ, ਤਾਂ ਉਸਦੇ ਕੋਰਸਪੋਂਡਿੰਗਲੀ ਆਪਾਂ ਕਰੰਟ ਨੂੰ ਮੇਜਰ ਕਰ ਸਕਦੇ ਹਾਂ। ਵੇਰੀਅਸ ਰੈਜ਼ਿਸਟੈਂਸਿਸ ਮੇਜਰ ਕਰਨੇ ਤਾਂ ਆਹ ਆਪਣੇ ਕੋਲ ਰੇਂਜ ਹੈ, ਨਹੀਂ ਤਾਂ ਦਿਸ ਮਲਟੀਪਲ ਰੇਂਜ ਇਜ਼ ਅਵੇਲੇਬਲ ਵਿਦ ਅਸ, ਆਹ ਇੱਕ ਰੇਂਜ ਅਵੇਲੇਬਲ ਹੈ। ਸੋ ਇਨ ਦਿਸ ਵੇ ਦ ਵੇਰੀਅਸ ਰੇਂਜਸ ਆਰ ਅਵੇਲੇਬਲ ਐਂਡ ਕੋਰਸਪੋਂਡਿੰਗ ਉਹ ਰੇਂਜ 'ਤੇ ਸਿਲੈਕਟ ਕਰਕੇ ਫਿਰ ਆਪਣੇ ਕੋਈ ਵੀ ਮੇਜਰਮੈਂਟ ਨੂੰ ਤੁਸੀਂ ਕਰ ਸਕਦੇ ਹੋ। ਨਾਓ ਇਸ ਦਾ ਇੰਟਰਨਲ ਸਰਕਿਟ ਦੇਖੋ ਮਲਟੀਮੀਟਰ ਦਾ ਕੀ ਹੁੰਦਾ ਹੈ। ਮੈਂ ਤੁਹਾਨੂੰ ਕਿਹਾ ਸੀ ਤਿੰਨ ਚੀਜ਼ਾਂ ਮੇਜਰ ਕਰ ਸਕਦੇ ਹਾਂ। ਵਨ ਇਜ਼ योर AC योर करंट, that is AC करंट, DC करंट एंड रेजिस्टेंस एंड योर डायरैक्ट करंट। अपना डायरैक्ट करंट कितना आ रहा है वो भी आप जनरेट कर सकते हैं। ਹੁਣ ਲੈਟ ਟੇਕ ਐਨ ਐਗਜ਼ਾਮਪਲ, ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ DC ਵੋਲਟੇਜ ਨੂੰ ਮੇਜਰ ਕਰਨਾ, ਤਾਂ ਇਹ ਆਪਾਂ ਕਨੈਕਸ਼ਨ ਡਾਇਰੈਕਟ ਇੱਥੋਂ ਨੋਬ ਘੁਮਾਵਾਂਗੇ, ਨੋਬ ਘੁਮਾਉਣ ਦੇ ਨਾਲ ਇਹ ਸਵਿਚ ਹੈ ਇਸ ਦੇ ਨਾਲ ਕਨੈਕਟ ਹੋ ਜਾਏਗਾ। ਜਦੋਂ ਇਸ ਦੇ ਨਾਲ ਕਨੈਕਟ ਹੋਇਆ ਆਪਣੇ ਕੋਲ ਆ ਮਲਟੀਪਲ ਰੈਜ਼ਿਸਟੈਂਸਿਸ ਆ ਗਈਆਂ, ਦੈਟ ਇਜ਼ R1 R2 R3 ਐਂਡ R4। ਇਸ ਦੇ ਕੋਰਸਪੋਂਡਿੰਗਲੀ ਚਾਰ ਆਪਣੇ ਕੋਲ ਕੰਡੀਸ਼ਨਸ ਹਨ, ਚਾਰ ਰੈਜ਼ਿਸਟੈਂਸਿਸ ਉੱਥੇ ਰੇਂਜ ਦਿੱਤੀ ਹੋਏਗੀ। ਉਸ ਪਰਟੀਕੂਲਰ ਇੱਕ ਰੇਂਜ 'ਤੇ ਤੁਸੀਂ ਸਿਲੈਕਟ ਕਰ ਲਓਗੇ। ਸਪੋਜ਼ ਮੈਂ R1 ਦੇ ਨਾਲ ਕਨੈਕਟ ਬਣਾਤਾ ਤਾਂ ਉਸਦੇ ਕੋਰਸਪੋਂਡਿੰਗਲੀ ਇੱਥੇ ਵੋਲਟੇਜ ਜਨਰੇਟ ਹੋ ਜਾਏਗੀ। ਉਸ ਰੇਂਜ ਦੀ ਜਿਹੜੀ ਵੋਲਟੇਜ ਹੋਏਗੀ ਦੈਟ ਇਜ਼ ਅਪਲਾਈਡ ਟੂ ਦਿਸ ਆਪਰੇਸ਼ਨਲ ਐਂਪਲੀਫਾਇਰ। ਬਟ ਇੱਕ ਕੰਡੀਸ਼ਨ ਯਾਦ ਰੱਖਿਓ, ਆਪਰੇਸ਼ਨਲ ਐਂਪਲੀਫਾਇਰ ਨੂੰ ਹਮੇਸ਼ਾ 1 ਵੋਲਟ ਤੱਕ ਹੀ ਮੈਕਸਿਮਮ ਆਪਾਂ ਸਪਲਾਈ ਦੇ ਸਕਦੇ ਹਾਂ। ਉਸ ਤੋਂ ਬਾਅਦ ਆਪਾਂ 1 ਵੋਲਟ ਤੋਂ ਜ਼ਿਆਦਾ ਸਪਲਾਈ ਆਪਰੇਸ਼ਨਲ ਐਂਪਲੀਫਾਇਰ ਨੂੰ ਨਹੀਂ ਦਿੰਦੇ। ਅਗਰ ਆਪਾਂ 1 ਵੋਲਟ ਤੋਂ ਜ਼ਿਆਦਾ ਸਪਲਾਈ ਦੇਵਾਂਗੇ ਤਾਂ ਆਪਣਾ ਜਿਹੜਾ ਹੈ ਮੀਟਰ ਖਰਾਬ ਹੋ ਜਾਏਗਾ। ਸੋ ਇਸ ਦੇ 'ਚ ਜਦੋਂ ਆਪਾਂ ਵੋਲਟੇਜ ਮੇਜਰ ਕਰਨੀ ਸੀ ਇਹਨੂੰ ਦਿੱਤਾ, ਇਸ ਦੇ ਕੋਰਸਪੋਂਡਿੰਗਲੀ ਆਪਣੇ ਕੋਲ ਜਿੰਨੀ ਵੋਲਟੇਜ ਜਨਰੇਟ ਹੋਈ ਫॉर ਦ ਪਰਟੀਕੂਲਰ ਸਿਗਨਲ ਵਾਸਤੇ ਉਹ ਇੱਥੇ ਸਵਿਚ ਨੂੰ ਪ੍ਰੋਵਾਈਡ ਕੀਤੀ ਗਈ। ਉੱਥੋਂ ਪ੍ਰੋਵਾਈਡ ਕਰਨ ਤੋਂ ਬਾਅਦ ਉਸਦੇ ਕੋਰਸਪੋਂਡਿੰਗਲੀ ਵੋਲਟੇਜ ਜਨਰੇਟ ਹੋ ਕੇ ਦੈਟ ਇਜ਼ ਪਾਸ ਟੂ ਦਿਸ ਆਪਰੇਸ਼ਨਲ ਐਂਪਲੀਫਾਇਰ, ਅਤੇ ਆਪਰੇਸ਼ਨਲ ਐਂਪਲੀਫਾਇਰ ਜਿਹੜੀ ਹੈ ਕੈਲੀਬ੍ਰੇਸ਼ਨ ਕਰ ਦੇਗਾ ਆਫ ਦ ਇੰਸਟਰੂਮੈਂਟ, ਅਤੇ ਜਿੰਨਾ ਕਿਸ ਦੇ ਉੱਤੇ ਆਊਟਪੁੱਟ ਆਏਗੀ ਦੈਟ ਇਜ਼ ਪ੍ਰੋਵਾਈਡਡ ਟੂ ਦ ਮੀਟਰ। ਇੱਕ ਇਹ ਚੀਜ਼ ਯਾਦ ਰੱਖਿਓ, ਇਹਦੇ 'ਚ ਆਪਰੇਸ਼ਨਲ ਐਂਪਲੀਫਾਇਰ ਜਿਹੜਾ ਯੂਜ਼ ਹੋ ਰਿਹਾ ਨॉन ਇਨਵਰਟਿੰਗ ਐਂਡ ਹੈ, ਨॉन ਇਨਵਰਟਿੰਗ ਟਾਈਪ ਆਫ ਆਪਰੇਸ਼ਨਲ ਐਂਪਲੀਫਾਇਰ ਹੈ, ਅਤੇ ਉਸਦੇ ਕੋਰਸਪੋਂਡਿੰਗਲੀ ਤੁਹਾਡੇ ਕੋਲ ਆਊਟਪੁੱਟ ਜਿਹੜੀ ਹੈ ਉਹ ਮੀਟਰ 'ਤੇ ਸ਼ੋ ਹੋ ਰਹੀ ਹੈ। ਦੈਟ ਇਜ਼ ਦ ਕੈਲੀਬ੍ਰੇਟਡ ਆਊਟਪੁੱਟ ਆਫਟਰ योर ਐਡਜਸਟਮੈਂਟ, ਸੈਂਸਿਟੀਵਿਟੀ ਦੀ ਐਡਜਸਟਮੈਂਟ ਹੋਣ ਤੋਂ ਬਾਅਦ ਹੀ ਤੁਹਾਡੇ ਕੋਲ ਮੀਟਰ 'ਤੇ ਉੱਤੇ ਆਊਟਪੁੱਟ ਆਏਗੀ। ਨਾਓ ਸਪੋਜ਼ ਵੀ ਵਾਂਟ ਟੂ ਮੇਜਰ योर AC ਵੋਲਟੇਜ, ਦੈਟ ਇਜ਼ ਆਲਟਰਨੇਟਿੰਗ ਕਰੰਟ ਨੂੰ ਆਪਾਂ ਮੇਜਰ ਕਰਨਾ, AC ਦੇ योर ਆਲਟਰਨੇਟਿੰਗ ਕਰੰਟ ਨੂੰ ਮੇਜਰ ਕਰਨਾ, ਤਾਂ ਉਹ ਇੱਥੋਂ ਪ੍ਰੋਵਾਈਡ ਕਰਾਂਗੇ। ਜਿਹੜਾ ਉਹ AC ਹੈ ਦੈਟ ਇਜ਼ ਕਨਵਰਟਡ ਟੂ DC ਬਾਈ ਦਿਸ ਰੈਕਟੀਫਾਇਰ, ਅਤੇ ਉਹ ਰੈਕਟੀਫਾਇਰ ਜਦੋਂ ਕਨਵਰਟ ਕਰ ਲਏਗਾ ਕੋਰਸਪੋਂਡਿੰਗਲੀ ਆਊਟਪੁੱਟ ਤੁਹਾਡੇ ਕੋਲ ਇੱਥੇ ਜਨਰੇਟ ਹੋ ਜਾਏਗੀ ਵਿਚ ਇਜ਼ ਸ਼ੋਨ ਦੇਅਰ। ਸਿਮਿਲਰਲੀ ਅਗਰ ਕਰੰਟ ਵੋਲਟੇਜ ਮੇਜਰ ਕਰਨੀ ਹੈ ਤਾਂ ਇੱਥੋਂ ਆਪਾਂ ਮੇਜਰ ਕਰ ਸਕਦੇ ਹਾਂ,
and the combination of all these is shown at the output. This is your basic multimeter. This is your digital multimeter. बस सिर्फ इन्ना कर रहे हैं कि ਆਪਾਂ ਉਹਦੇ ਵਿੱਚ ਜੋ ਵੀ ਸਿਗਨਲ ਆਇਆ ਸੀ ਐਨਾਲੌਗ ਨੂੰ ਉਹਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਕੇ ਡਿਸਪਲੇ ਕਰ ਦਿੰਦੇ। ਨਾਓ ਇਸ ਨੂੰ ਮਲਟੀਮੀਟਰ ਨੂੰ ਆਪਾਂ ਕਾफ़ੀ ਜਗ੍ਹਾ ਯੂਜ਼ ਕਰ ਸਕਦੇ ਫॉर द ਰੀਜ਼ਨਸ ਐਂਡ ਵੇਰੀਅਸ ਟਾਈਪਸ ਆਫ ਮੈਜ਼ਰਮੈਂਟਸ। ਐਂਡ ਅਗਰ ਮਲਟੀਮੀਟਰਸ ਨੂੰ ਨਹੀਂ ਯੂਜ਼ ਕਰਦੇ ਤਾਂ ਆਪਾਂ VTVMs ਨੂੰ ਵੀ ਯੂਜ਼ ਕਰ ਸਕਦੇ, ਦੈਟ ਇਜ਼ ਯੋਰ ਵੈਕਿਊਮ ਟਿਊਬਸ ਨੂੰ ਫॉर द measurement of voltage or current। Now what we have discussed, that is your voltmeter is used to measure the voltage and ammeter is used to measure your current. They work on the Diaz-Novel principle. Multiple range of voltmeter and ammeter can be used, and multimeter is used to measure your voltage, current and resistance, and analog and digital multimeters are used for the measurement that depends upon our requirement. Thank you.